ਸਤਿ ਸ੍ਰੀ ਅਕਾਲ। ਅੱਜ ਸਾਡੇ ਵਿੱਚ ਇਸ ਨਾਰਥਰਨ ਇੰਡੀਆ ਦੇ ਵਰਿਸ਼ਟ ਪੱਤਰਕਾਰ ਰੰਜੂ ਹੈਰੀ ਜੀ ਸਾਰਾ ਨੇ ਜਿਹੜੇ ਇੱਥੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਆ ਜਾਂ ਅਰਾਊਂਡ ਹਿਮਾਚਲ ਦੇ ਵਿੱਚ ਹੈ, ਪੰਜਾਬ ਦੇ ਵਿੱਚ, ਜਲੰਧਰ ਦੇ ਵਿੱਚ ਜਿਹੜੇ ਹੈ ਲੋਕ, ਉਹ ਸਾਰੇ ਇਹਨਾਂ ਨੂੰ ਇਸ ਸਰਕਲ ਦੇ ਵਿੱਚ ਜਾਣਦੇ ਆ। ਔਰ ਰੰਜੂ ਹੈਰੀ ਜੀ ਦਾ ਇੱਕ ਬਹੁਤ ਵੱਡਾ ਨਾਮ ਹੈ। ਵਰਿਸ਼ਟ ਪੱਤਰਕਾਰ ਰਹੇ ਨੇ ਦੈਨਿਕ ਟ੍ਰਿਬਿਊਨ ਦੇ ਵਿੱਚ, ਇਹ ਜਲੰਧਰ ਵੀ ਰਹੇ ਹੈ, ਸ਼ਿਮਲਾ ਵੀ ਰਹੇ ਹੈ ਤੇ ਧਰਮਸ਼ਾਲਾ ਦੇ ਵਿੱਚ ਵੀ ਰਹੇ ਹੈ। ਇਹਨਾਂ ਨੇ ਰੈੱਡ ਕਾਰਪੇਟ, ਜਿਹੜੀ ਆਪਾਂ ਨੇ ਪਿੱਛੇ ਕਿਤਾਬ ਆਈ ਸੀਗੀ ਜਿਹੜੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹਿੰਦੂਆਂ ਦਾ ਜਿਹੜਾ ਕਤਲੇਆਮ ਹੋਇਆ, ਉਸ ਦੇ ਵਿੱਚ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਉਹਦੇ ਉੱਪਰ ਇਹਨਾਂ ਨੇ ਬੜਾ ਵੱਡਾ ਇੱਕ ਆਪਣਾ ਕੰਟਰੀਬਿਊਸ਼ਨ ਕੀਤੀ ਹੈ। ਅੱਜ ਇਹਨਾਂ ਦਾ ਇੱਕ ਆਰਟੀਕਲ ਛਪਿਆ ਹੈ, ਮਨੀपुर जल रहा है। ਸਾਨੂੰ ਜਾਣਨ ਦੀ ਇੱਛਾ ਹੋਈ ਵੀ ਇਹਨਾਂ ਨੇ ਜੋ ਆਰਟੀਕਲ ਲਿਖਿਆ ਹੈ ਮਨੀपुर जल रहा है, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪਾਰਲੀਮੈਂਟ ਵੀ ਨਹੀਂ ਚੱਲ ਰਹੀ ਹੈ। ਓਪੋਜੀਸ਼ਨ ਪਾਰਟੀਆਂ ਨੇ ਜਿੰਨੇ ਵੀ ਬੀਜੇਪੀ ਦੇ ਓਪੋਜ਼ਿਟ ਹੈ ਉਹਨਾਂ ਨੇ ਇੱਕ ਮੁੱਦਾ ਬਣਾਇਆ ਹੈ ਵੀ ਮਨੀपुर ਦੇ ਉੱਪਰ ਪ੍ਰਧਾਨ ਮੰਤਰੀ ਬੋਲਣ। ਉਸ ਤੋਂ ਇਲਾਵਾ ਜਦੋਂ ਵੀ ਪਿਛਲੇ 2-3 ਮਹੀਨੇ ਤੋਂ ਜਿਹੜੀ ਘਟਨਾ ਆਈ ਹੈ ਉਸਦੇ ਵਿੱਚ ਸੁਪਰੀਮ ਕੋਰਟ ਵੀ ਬੜਾ ਹੈਵੀ ਹੋਇਆ। ਅਸੀਂ ਉਸ ਘਟਨਾ ਦੇ ਬਾਰੇ ਤਾਂ ਅਸੀਂ ਨਹੀਂ ਕੁਝ ਡਿਸਕਸ਼ਨ ਜਾਰੀ ਕਰਨ ਵਾਲੇ, ਨਾ ਉਸ ਦੇ ਬਾਰੇ ਅਸੀਂ ਜ਼ਿਆਦਾ ਪ੍ਰਕਾਸ਼ ਕਰਨ ਵਾਲੇ, ਪਰ ਅਸਲੀ ਪ੍ਰੋਬਲਮ ਮਨੀपुर ਦੀ ਕੀ ਹੈ ਰੰਜੂ ਹੈਰੀ ਦੀ ਨਜ਼ਰ ਦੇ ਵਿੱਚ, ਉਹ ਜਾਣਨ ਦੀ ਅੱਜ ਕਰਾਂਗੇ। ਰੰਜੂ ਹੈਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਪਲਸ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ। ਰੰਜੂ ਜੀ, ਇੱਕ ਤੁਹਾਡੀ ਨਜ਼ਰ ਦੇ ਵਿੱਚ ਮਨੀपुर ਦੀ ਸਮੱਸਿਆ ਬੇਸਿਕਲੀ ਹੈ ਕਿਆ? ਕਿਉਂਕਿ ਪੰਜਾਬ ਦੇ ਵਿੱਚ ਅਸੀਂ ਜਾਣਨਾ ਚਾਹੁੰਦੇ, ਚੰਡੀਗੜ੍ਹ ਦੇ ਵਿੱਚ ਜਾਣਨਾ ਚਾਹੁੰਦੇ, ਨਾਰਥਰਨ ਇੰਡੀਆ ਵਿੱਚ ਜਾਣਨਾ ਚਾਹੁੰਦੇ, ਤੁਹਾਡੀ ਨਜ਼ਰ ਦੇ ਵਿੱਚ ਇਹ ਪ੍ਰੋਬਲਮ ਸਮੱਸਿਆ ਹੈ ਕਿਆ? एक्चुअली इस्तेंदर जी, अगर एक्चुअल प्रॉब्लम जाननी है तो सानू ਇਹਦੀ ਬੈਕਗ੍ਰਾਉਂਡ से जानना पएगा। ठीक है जी। ਇਹ ਜਿੰਨੀ ਜਿਹੜੀ ਪ੍ਰੋਬਲਮ ਪ੍ਰੈਜ਼ੈਂਟ ਹੋ ਰਹੀ ਹੈ ਇਹ ਅੱਜ ਦੀ ਨਹੀਂ ਹੈਗੀ, ਇਹ ਕਾਫੀ ਪਹਿਲੇ ਤੋਂ ਚੱਲੀ ਆ ਰਹੀ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਆਜ਼ਾਦੀ ਤੋਂ ਬਾਅਦ ਦੇ ਟਾਈਮ ਦੀ ਚੱਲੀ ਆ ਰਹੀ ਹੈ। ਲੇਕਿਨ ਇਹ ਪਹਿਲੀ ਵਾਰ ਨਹੀਂ ਹੈ ਕਿ ਮਨੀपुर 'ਚ ਜਿਹੜਾ ਇਸ ਤਰ੍ਹਾਂ ਦੇ ਰਾਈਟਸ ਹੋ ਰਹੇ, ਦੰਗੇ ਹੋ ਰਹੇ, ਪਹਿਲੀ ਵਾਰ ਨਹੀਂ ਹੈਗਾ। 2008 'ਚ ਅਗਰ ਤੁਹਾਨੂੰ ਯਾਦ ਹੋਏਗਾ ਤੇ ਬਹੁਤ ਮੈਸਿਵ ਦੰਗੇ ਹੋਏ ਸੀਗੇ ਮਨੀपुर 'ਚ। ਔਰ ਉਤੇ ਪ੍ਰੋਬਲਮ ਜਿਹੜੀ ਹੈਗੀ ਉਹ ਜ਼ਿਆਦਾ ਹੈਗੀ ਹੈ ਜਿਹੜੇ ਕੁਕੀ ਔਰ ਕਨਵਰਟਡ ਕ੍ਰਿਸਚੀਅਨਸ ਹੈਗੇ ਆ, ਔਰ ਜਿਹੜੇ ਮੈਤੀ ਦੇ ਜਿਹੜੇ ਹਿੰਦੂਜ਼ ਜਿਹੜੇ ਮੰਨੇ ਜਾਂਦੇ ਉਹਨਾਂ ਦੇ ਵਿੱਚ ਦੀ ਪੁਰਾਣੀ ਟੈਸ਼ਨ ਚੱਲ ਰਹੀ ਹੈ। 2008 ਦੇ ਵਿੱਚ ਸਰਕਾਰ ਯੂਪੀਏ ਦੀ ਸੀਗੀ ਤੇ ਆਪਣੀ ਸਰਕਾਰ ਦੇ ਮਨਮੋਹਨ ਸਿੰਘ ਜੀ ਦੀ ਸਰਕਾਰ ਸੀਗੀ 2008 'ਚ। ਇੰਨੇ ਹੀ ਬੜੇ ਦੰਗੇ ਉੱਤੇ ਹੋਏ ਸੀਗੇ ਤੇ ਉਹਦੇ ਸਮਝੌਤੇ ਆ ਜਿਹੜਾ, ਅਗਰ ਤੁਸੀਂ ਉਹਦਾ ਉਸ ਵੇਲੇ ਜਿਹੜਾ ਇਹਨਾਂ ਦਾ ਐਗਰੀਮੈਂਟ ਹੋਇਆ ਸੀ ਦੋਨਾਂ ਗਰੁੱਪਸ ਦੇ ਵਿੱਚ, ਜਿਹੜਾ ਐਗਰੀਮੈਂਟ ਅਗਰ ਤੁਸੀਂ ਉਹ ਪੜ੍ਹੋਗੇ ਉਹ ਸੋਸ਼ਲ ਮੀਡੀਆ ਤੇ ਵੀ ਅਵੇਲੇਬਲ ਹੈ। ਉਹਦੇ ਵਿੱਚ ਇਹ ਕੀਤਾ ਗਿਆ ਸੀਗਾ ਕਿ ਜਿਹੜੇ ਮਨੀपुਰ ਦੇ ਹਾਇਰ ਰੇਂਜਸ ਹੈਗੇ ਆ ਉੱਥੇ ਕੁਕੀਜ਼ ਔਰ ਜਿਹੜੇ ਕਨਵਰਟੀਜ਼ ਹੈਗੇ ਉਹ ਤੇ ਲੋਅਰ ਪਾਰਟ 'ਚ ਮੈਤੀ ਜਿਹੜੇ ਹੈਗੇ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਗਈ। ਲੇਕਿਨ ਇੱਕ ਜਿਹੜਾ ਬਲੰਡਰ ਉਸ ਵੇਲੇ ਕਾਂਗਰਸ ਗਵਰਨਮੈਂਟ ਨੇ ਕੀਤਾ, ਜਿਹੜੀ ਉੱਥੇ ਲਾਰਜ ਸਕੇਲ ਤੇ ਅਫੀਮ ਦੀ ਖੇਤੀ ਹੁੰਦੀ ਸੀ ਉਹਨੂੰ ਰੈਗੂਲਰਾਈਜ਼ ਕਰਤਾ ਫॉर ਓਨਲੀ ਫॉर द ਕਨਵਰਟੀਜ਼ ਐਂਡ ਫॉर द ਕੁਕੀਜ਼। ਦੀਦੀ ਕੀ ਥੋੜੀ ਜੀ ਹਾਂ, ਇੱਕ ਚੀਜ਼ ਮੈਂ ਕਲੈਰੀਫਾਈ ਕਰਨਾ, ਜਿਹੜਾ ਤੁਸੀਂ ਕਹਿ ਰਹੇ ਰਿਟਨ ਐਗਰੀਮੈਂਟ ਹੋਇਆ ਇਹਨਾਂ ਦਾ ਆਪਸ ਚ ਮਥਾਈ ਦੇ ਵਿੱਚ, ਉਹ ਰਿਟਨ ਇੰਟਰਵੈਂਸ਼ਨ ਸਰਕਾਰ ਦੇ ਹੋਇਆ? ਸਰਕਾਰ ਦੀ ਇੰਟਰਵੈਂਸ਼ਨ ਤੇ ਹੋਇਆ ਨਾ। ਓਕੇ। ਉੱਥੇ ਸਾਰੇ ਗਵਰਨਮੈਂਟ ਦੇ 2-3 ਮੰਤਰੀ ਗਏ ਸੀਗੇ ਦੈਨ ਗਵਰਨਮੈਂਟ ਦੇ, ਔਰ ਬਕਾਇਦਾ ਉਹ ਜਿਹੜਾ ਐਗਰੀਮੈਂਟ ਅਨਾਉਂਸ ਕੀਤਾ ਗਿਆ ਸੀ ਪਾਰਲੀਮੈਂਟ 'ਚ ਵੀ, ਉਹਦਾ ਉਹ ਦਿੱਤਾ ਗਿਆ ਸੀ ਹਾਰਡਲੀ 5-7 ਮਿੰਟ ਲਈ, ਉਹ ਪਾਰਲੀਮੈਂਟ 'ਚ ਦੱਸਿਆ ਗਿਆ ਸੀ। ਤੇ ਉਹਦੇ 'ਚ ਹੋਇਆ ਕਿ ਜਿਸ ਵੇਲੇ ਇਹਨਾਂ ਨੇ ਅਫੀਮ ਦੀ ਖੇਤੀ ਰੈਗੂਲਰਾਈਜ਼ ਕਰਤੀ 2008 'ਚ ਹਾਇਰ ਰੇਂਜਸ ਦੇ ਉੱਪਰ, ਤੇ ਉਹ ਸਾਰਾ ਜਿਹੜਾ ਵਰਲਡ ਦਾ ਡਰਗ ਮਾਫੀਆ ਸੀ, ਫਰੋਮ ਪਾਕਿਸਤਾਨ, ਫਰੋਮ ਅਫਗਾਨਿਸਤਾਨ, ਫਰੋਮ ਈਰਾਨ ਐਂਡ ਫਰੋਮ ਚਾਈਨਾ, ਉਹ ਸਾਰਾ ਜਿਹੜਾ ਸੀ ਉੱਥੇ ਆ ਕੇ ਬੈਠ ਗਿਆ ਐਂਡ ਗਵਰਨਮੈਂਟ ਕੰਪਲੀਟਲੀ ਇਗਨੋਰਡ ਇਟ। ਉੱਥੇ ਰੋਹਿੰਗਿਆਜ਼ ਦੀ ਜਿਸ ਤਰ੍ਹਾਂ ਦੀ ਇਨਫਿਲਟ੍ਰੇਸ਼ਨ ਹੋਈ ਹੈ, ਅਗਰ ਤੁਸੀਂ ਇੰਟੈਲੀਜੈਂਸ ਦੀ ਰਿਪੋਰਟਸ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸਾਰੀ ਜਿਹੜੀ ਅਫੀਮ ਦੀ ਖੇਤੀ ਹੋ ਰਹੀ ਸੀ ਬੇਸਿਕਲੀ ਓਨਰਸ਼ਿਪ ਚਾਹੇ ਕਿਹਦੀ ਵੀ ਸੀਗੀ, ਜਿੰਨਾ ਵੀ ਫੀਲਡਸ 'ਚ ਕੰਮ ਹੋ ਰਿਹਾ ਸੀ ਉਹ ਰੋਹਿੰਗਿਆਜ਼ ਕਰ ਰਹੇ। ਠੀਕ ਹੈ। ਤਾਂ ਲੜਾਈ ਸਾਰੀ ਜਿਹੜੀ ਪ੍ਰੈਜ਼ੈਂਟ ਜਿਸ ਵੇਲੇ ਬੀਜੇਪੀ ਦੀ ਗਵਰਨਮੈਂਟ ਆਈ ਹੈ, ਪ੍ਰੈਜ਼ੈਂਟ ਗਵਰਨਮੈਂਟ ਨੇ ਅਰਾਊਂਡ 18,000 ਹੈਕਟੇਅਰ ਚੋਂ ਜਿਹੜੀ ਅਫੀਮ ਦੀ ਖੇਤੀ ਖਤਮ ਕੀਤੀ ਤਾਂ ਕਿ ਉਹ ਡਰਗ ਮਾਫੀਆ ਨੂੰ ਤੋਂ ਪੁਸ਼ ਬੈਕ ਕੀਤਾ ਜਾ ਸਕੇ। ਪ੍ਰੋਬਲਮ ਸਾਰੀ ਇੱਥੋਂ ਕ੍ਰੀਏਟ ਨਹੀਂ ਦੀਦੀ, ਦੋ ਕੁਐਸਚਨ ਆ ਗਏ। ਓਪੀਐਮ, ਹਾਂਜੀ, ਓਪੀਐਮ ਦੀ ਜਿਹੜੀ ਖੇਤੀ ਸੀਗੀ ਨਾ, ਹਾਂਜੀ, ਜਿਹੜੇ ਸਾਡੇ ਦਰਸ਼ਕ ਵੀ ਜਾਨਣਾ ਚਾਹੀਏ, 2008 ਦੇ ਵਿੱਚ ਅਫੀਮ ਦੀ ਖੇਤੀ ਰੈਗੂਲਰਾਈਜ਼ ਕਰਤੀ ਸਰਕਾਰ ਤੇ ਉਹਨਾਂ ਨੂੰ ਮਿਲ ਕੇ, ਕੁਕੀਜ਼ ਨਾਲ ਮਿਲ ਕੇ, ਬਿਲਕੁਲ ਕੁਕੀਜ਼, ਹਾਂਜੀ।
ਜਦੋਂ ਹੁਣ ਇਹ ਕਿਆ ਹੁਣ ਅਫੀਮ ਦੀ ਖੇਤੀ ਬੰਦ ਕਰਾਉਣ ਦੀ ਗੱਲ ਕਿੱਥੋਂ ਆ ਗਈ ਇਸ ਬੰਦ ਇਹ ਪ੍ਰੈਜ਼ੈਂਟ ਜਿਹੜੀ ਗਵਰਨਮੈਂਟ ਹੈ ਨਾ, ਪ੍ਰੈਜ਼ੈਂਟ ਗਵਰਨਮੈਂਟ ਰਿਅਲਾਈਜ਼ ਦੈਟ ਕਿ ਇਹਦੇ ਕਾਰਨ ਪੂਰੇ ਵਰਲਡ ਦਾ ਡਰਗ ਮਾਫੀਆ ਉੱਥੇ ਬੈਠ ਰਿਹਾ ਆ ਕੇ। ਠੀਕ ਹੈ ਜੀ। स्पेशली particularly पाकिस्तान, अफगानिस्तान और नाल लगते कुछ और एरियाज, एंड दे वर ऑल सपोर्टेड बाय चाइना। ठीक है। बिकॉज चाइना दी ਜਿਹੜੀ ਅੱਖ ਹੈਗੀ ਆ ਉਹ ਸਾਡੀ ਸਾਰੀ ਜਿਹੜੇ ਈਸਟਰਨ ਜਿਹੜਾ ਸਾਡਾ ਹੈਗਾ ਨਾਰਥ ਈਸਟ ਉਹਦੇ ਤੇ ਹੈ, ਪਲੱਸ ਉਹਦੇ ਚ ਅਰੁਣਾਚਲ ਵੀ ਹੈ, ਮਨੀਪੁਰ ਵੀ ਹੈ, ਨਾਗਾਲੈਂਡ ਵੀ ਹੈ, ਉਹਦੇ ਤੇ ਵੀ ਆਲ ਨੋ ਕਿ ਚਾਈਨਾ ਹੈਜ਼ ਐਨ ਆਈ ਔਨ दैट। ਤੇ ਉਹ ਗਵਰਨਮੈਂਟ ਆਫ ਇੰਡੀਆ ਨਿਊ ਇਟ, और गवर्नमेंट ऑफ इंडिया न्यू कि ये सारा पुशबैक किदा हो सकता है, ये सिर्फ पुशबैक ताई हो सकता है अगर अफीम की खेती बंद की जाए। ठीक है। सो दैट वाज स्टॉप। सो सारी लड़ाई जड़ी है ये उतो ओपीएम दे ओदे तो शुरू हुई, देन इट केम टू कम्युनल दिस थिंग, नीचे कम्युनल राइटिंग ते आ गई। इस तो पहले 50s आफ्टर द इंडिपेंडेंस जेड़ा मैती जेड़े लोग हैगे इन्हां नु एससी तो बाहर करता गया, दे वर इन द एससी कैटेगरी। हाँ, ਇਹਨਾਂ ਨੂੰ ਐਸਸੀ ਕੈਟਾਗਰੀ ਤੋਂ ਬਾਹਰ ਕਰਕੇ ਜਿਹੜੇ ਕੁਕੀਜ਼ ਔਰ ਅਦਰ ਦੈਨ ਕੁਕੀਜ਼ ਹੈ ਉਹਨਾਂ ਨੂੰ ਐਸਸੀ ਦਾ ਸਟੇਟਸ ਦਿੱਤਾ ਗਿਆ। ਐਸਟੀ 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 ਦਾ ਸਟੇਟਸ ਦਿੱਤਾ ਗਿਆ। ਤੇ ਉਹ ਜਿਹੜੇ ਮੈਤੀ ਜਿਹੜੇ ਆਪਾਂ ਬੇਸਿਕ ਜਿਹੜੇ ਮਨੀਪੁਰ ਦੇ ਜਿਹੜੇ ਐਕਚੁਅਲ ਜਿਹੜੇ ਮਨੀਪੁਰ ਦੇ ਰਹਿਣ ਵਾਲੇ ਲੋਕ ਹੈਗੇ ਉਹਨਾਂ ਲਈ ਇਹ ਬਹੁਤ ਬੜਾ ਸੈਟਬੈਕ ਸੀਗਾ। ਸੋ ਇਟ ਵਾਸ ਬਰੂਇੰਗ ਅਪ, ਕਾਫੀ ਦੇਰ ਤੋਂ ਇਟ ਵਾਸ ਬਰੂਇੰਗ ਅਪ, ਤੇ ਉਹ ਕਦੀ ਨਾ ਕਦੀ ਤੋਂ ਬਲਾਸਟ ਹੋਣਾ ਸੀਗਾ। ਤੇ ਇਹ ਜਿਹੜਾ ਬਲਾਸਟ ਹੈ 84 ਜਿਹੜਾ 8 ਚ ਹੋਇਆ, ਇਹ ਸ਼ਾਇਦ ਜਿਹੜੀ ਹੁਣ ਗਰਾਊਂਡ ਰਿਪੋਰਟਸ ਆ ਰਹੀ ਹੈ ਸ਼ਾਇਦ ਉਸ ਤੋਂ ਵੀ ਬੜਾ ਹੈ। ਲੇਕਿਨ ਪ੍ਰੋਬਲਮ ਇਹ ਹੈ ਕਿ ਕੋਈ ਵੀ ਜਿਹੜੀ ਆਪੋਜੀਸ਼ਨ ਪਾਰਟੀਆਂ ਹੈਗੀਆਂ ਇਹ ਉਹਨੂੰ ਡਿਸਕਸ ਨਹੀਂ ਕਰਨਾ ਚਾਹੁੰਦੀਆਂ। ਰੀਜ਼ਨ ਬੀਇੰਗ ਕਿ ਅਗਰ ਇਹ ਪਾਰਲੀਮੈਂਟ ਚ ਡਿਸਕਸ ਹੁੰਦਾ ਤਾਂ ਦੈਨ ਦ ਟਰੂਥ ਵਿਲ ਕਮ ਆਊਟ। ਜਿਹੜਾ ਐਸਟੀ ਵਾਲਾ ਵੀ ਔਰ ਅਫੀਮ ਵਾਲਾ ਵੀ, ਦ ਟਰੂਥ ਵਿਲ ਕਮ ਆਊਟ। ਸੋ ਵੈਨ ਦ ਟਰੂਥ ਕਮਸ ਆਊਟ ਤਾਂ ਇਟ ਇਜ਼ ਨਾਟ ਦ ਪ੍ਰੈਜ਼ੈਂਟ ਗਵਰਨਮੈਂਟ ਹੂ ਇਜ਼ ਟੂ ਬੀ ਬਲੇਮਡ। प्रीवियस गवर्नमेंट्स से तो ज्यादा जेड़ा ब्लेम जाता है। हुन प्रॉब्लम क्या है कि जेड़ी लड़ाई है हुन उन्होंने प्रोजेक्ट किया जा रहा है कि ये दोनों कम्युनिटीज च कुकीज एंड जेड़े मैती जेड़े लोकल कम्युनिटीज है हुन इनू इस तरह प्रोजेक्ट किया जा रहा है कि उन्हां दी लड़ाई है। बेसिकली ये हुन उन्हां दी लड़ाई नहीं रह गई है। तो फॉरेन एंड चाइनाज बैड कन्वर्टीज जेड़े हैगे है उस लड़ाई च ज्यादा पार्टिसिपेट कर रहे हैं क्योंकि जेडी दोनों कम्युनिटीज है आफ्टर 2008 इन्हां दी कोई लड़ाई नहीं हुई। ठीक है, वो काफी पीसफुली उत्थे मणिपुर च रह रहे थे। लेकिन नाउ सिंस चाइना दी इंटरफेरेंस उत्थे बहुत है, गवर्नमेंट ऑफ इंडिया नोज इट, ते ये लड़ाई जेडी है दिस इज बैक्ड बाय चाइना एंड रोहिंग्यास आर इन दिस वॉर आल्सो। वो सारे दी उन्हां दी पार्टिसिपेशन पूरी है इस वॉर च। लेकिन कोई भी नोबडी वांट्स द ट्रुथ टू कम आउट, इसलिए पार्लियामेंट चो डिस्कशन नहीं होने देना चाह रहे। एक ਤੁਸੀਂ ਇਸ 'ਚ ਲਿਖਿਆ ਵੀ ਕਿਉਂਕਿ ਐਸਟੀ ਇਹਨਾਂ ਕਮਿਊਨਿਟੀ ਚੋਂ ਮਠਾਈ ਨੂੰ ਕੱਢਤਾ ਗਿਆ ਸੀਗਾ, ਦੈਨ ਇਹਨਾਂ ਨੇ ਤੁਸੀਂ ਆਪਣੇ ਆਰਟੀਕਲ 'ਚ ਲਿਖਿਆ ਵੀ ਇਹਨਾਂ ਨੇ ਹਾਈ ਕੋਰਟ ਅਪਰੋਚ ਕੀਤਾ। ਅਲਟੀਮੇਟਲੀ 2023 ਦੇ ਵਿੱਚ ਇਹਨਾਂ ਨੂੰ ਫੈਸਲਾ ਇਹਨਾਂ ਦੇ ਹੱਕ 'ਚ ਆ ਗਿਆ ਵੀ ਇਹ ਐਸਟੀ ਕਮਿਊਨਿਟੀ ਦੇ ਹੁਣ ਰੀਸੈਂਟ। ਹਾਂ, ਉਸ ਦੇ ਬਾਰੇ ਵੀ ਥੋੜਾ ਜਿਹਾ ਜਿਹੜਾ ਇਹਨਾਂ ਦੇ ਜਿਹੜਾ ਇਹਨਾਂ ਨੂੰ ਐਸਟੀ ਚੋਂ 1954 ਇਹਦੇ ਚੋਂ ਐਸਟੀ ਤੋਂ ਬਾਹਰ ਕੱਢਿਆ ਗਿਆ ਸੀ। ਹੁਣ ਜਿਹੜਾ ਰੀਸੈਂਟ ਇੱਕ ਜਜਮੈਂਟ ਚ ਇਹਨਾਂ ਨੂੰ ਬਿਫੋਰ ਦਿਸ ਰਾਈਟ ਉਹ ਜਿਹੜਾ ਹਾਈ ਕੋਰਟ ਦਾ ਫੈਸਲਾ ਉਹਨਾਂ ਦੇ ਹੱਕ ਚ ਆਇਆ ਤੇ ਉਹ ਦੈਟ ਆਲਸੋ ਇਜ਼ ਅ ਰੀਜ਼ਨ ਕਿਉਂਕਿ ਜਿਹੜਾ ਐਸਟੀ ਦੇ ਬੈਨੀਫਿਟਸ ਹੈਗੇ ਆ ਨਾ ਉਹ ਡਿਵਾਈਡ ਹੋਣਗੇ। ਉਹ ਵੀ ਜਿਹੜੇ ਕੁਕੀਜ਼ ਔਰ ਜਿਹੜੇ ਕਨਵਰਟੀ ਇਸਲਾਮਿਸਟ ਹੈਗੇ ਆ, ਸੌਰੀ ਕ੍ਰਿਸਚੀਅਨਸ ਹੈਗੇ ਆ, they don't want Mathis to get the benefits of ST। ਹੁਣ ਅਗਰ ਮਨੀਪੁਰ ਦਾ ਤੁਸੀਂ ਅਗਰ ਪੂਰਾ ਅਗਰ ਪ੍ਰੋਪਰਲੀ ਉਹਨੂੰ ਸਟੱਡੀ ਕਰੋ ਤਾਂ ਪਿਛਲੇ ਕਿੰਨੇ ਸਾਲਾਂ ਤੋਂ ਜਿੰਨੀਆਂ ਵੀ ਗਵਰਨਮੈਂਟ ਜੌਬਸ ਹੈ ਜਾਂ ਗਵਰਨਮੈਂਟ ਬੈਨੀਫਿਟਸ ਜਿਹੜੇ ਐਸਟੀਜ਼ ਲਈ ਹੈਗੇ ਉਹ ਉਹਨਾਂ ਨੂੰ ਲੋਕਲ ਉਹਨਾਂ ਨੂੰ ਨਹੀਂ ਮਿਲੇ, ਮੈਥੀਜ਼ ਨੂੰ ਨਹੀਂ ਮਿਲੇ। ਔਰ ਅਗਰ ਉਹਦੇ ਚ ਇੱਕ ਮਨੀਪੁਰ ਚ ਬਹੁਤ ਬੜਾ ਡੈਮੋਗ੍ਰਾਫਿਕ ਸ਼ਿਫਟ ਵੀ ਆਇਆ ਜਿੱਥੇ ਪਹਿਲੇ ਜਿਹੜੇ ਮੈਥੀ ਸੀਗੇ ਦੇ ਵਰ ਇਨ ਮੈਜੋਰਿਟੀ ਉਹ ਹੁਣ ਮਾਈਨੋਰਿਟੀ ਚ ਹੈਗੇ। ਠੀਕ ਹੈ, ਡਿਸਪਾਈਟ ਦੈਟ ਤੁਸੀਂ ਉਹਨਾਂ ਨੂੰ ਮਾਈਨੋਰਿਟੀ ਦੇ ਰਾਈਟਸ ਨਹੀਂ ਦੇ ਰਹੇ ਸੀਗੇ। ਹੁਣ ਅਗਰ ਹਾਈ ਕੋਰਟ ਦੀ ਇੰਟਰਵੈਂਸ਼ਨ ਤੇ ਉਹਨਾਂ ਨੂੰ ਮਾਈਨੋਰਿਟੀਜ਼ ਦੇ ਰਾਈਟ ਮਿਲ ਰਹੇ। ਅਗਰ ਤੁਸੀਂ 2011 ਦੀ ਸੈਂਸਸ ਵੀ ਦੇਖਦੇ ਹੋ ਨਾ ਤੇ ਆਈ ਥਿੰਕ ਇਹਨਾਂ ਦਾ ਸ਼ਾਇਦ 5 to 6% ਦਾ ਡਿਫਰੈਂਸ ਹੈਗੇ, ਮਤਲਬ ਜਿਹੜੇ ਕੁਕੀਜ਼ ਹੈਗੇ ਕੁਕੀਜ਼ ਐਂਡ ਅਦਰ ਕਮਿਊਨਿਟੀਜ਼ ਉਹ ਮੈਥੀਜ਼ ਤੋਂ ਜ਼ਿਆਦਾ ਹੈਗੇ। ਬਟ ਸਟਿਲ ਉਹਨਾਂ ਨੂੰ ਜਿਹੜਾ ਸੀਗਾ ਐਸਟੀ ਦਾ ਸਟੇਟਸ ਨਹੀਂ ਮਿਲਿਆ। ਨਾਓ ਹਾਈ ਕੋਰਟ ਹੈਜ਼ ਗਿਵਨ them the status ਤੇ ਉਹ ਵੀ ਜਿਹੜੇ ਹੈਗੇ ਆ ਜਿਹੜੇ ਫੋਰਨ ਉੱਥੇ ਬੈਠ ਰੋਹਿੰਗਿਆਜ਼ ਜਾਂ ਕ੍ਰਿਸਚੀਅਨ ਕਮਿਊਨਿਟੀ ਹੈ ਜਾਂ ਕੁਕੀਜ਼ ਹੈਗੇ
ਇਹ ਵੀ ਉਹਨਾਂ ਨੂੰ ਇੱਕ ਪ੍ਰੋਬਲਮ ਹੈਗੀ ਹੈ ਕਿ ਵੀ ਇਹਨਾਂ ਨੂੰ ਉਹਨਾਂ ਦੇ ਲੈਵਲ ਤੇ ਐਸਟੀ ਦਾ ਸਟੇਟਸ ਕਿਉਂ ਦਿੱਤਾ ਜਾ ਰਿਹਾ, ਕਿਉਂਕਿ ਬੈਨੀਫਿਟਸ ਫਿਰ ਉਹਨਾਂ ਨੂੰ ਵੀ ਮਿਲਣਗੇ। ਅਪ੍ਰੈਲ Since 2023 ਦਾ ਵਿੱਚ ਤੁਸੀਂ ਰੈਫਰ ਦਿੱਤੀ, ਹਾਈ ਕੋਰਟ ਨੇ ਫੈਸਲਾ ਕੀਤਾ ਹਾਂ, ਅਪ੍ਰੈਲ ਅਪ੍ਰੈਲ 2023 ਚ ਉਹਨਾਂ ਨੂੰ ਜਿਹੜਾ ਹੈਗਾ ਉਹ ਹਾਈ ਕੋਰਟ ਨੇ ਦਿੱਤਾ ਹੈ, ਹਲੇ ਸ਼ਾਇਦ ਸੁਪਰੀਮ ਕੋਰਟ ਚ ਪੈਂਡਿੰਗ ਹੈਗਾ ਉਹ ਕੇਸ ਨਾ, ਠੀਕ ਆਈ ਹੈ। ਥਿੰਕ ਇਟਸ ਪੈਂਡਿੰਗ ਇਨ ਦ ਸੁਪਰੀਮ ਕੋਰਟ। ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਸੀਗਾ ਉਹ ਦੋਨੋਂ ਕਮਿਊਨਿਟੀਜ਼ ਚ ਉਹ ਬਰੂ ਅਪ ਹੋ ਰਿਹਾ ਸੀਗਾ, ਇਟ ਵਾਸ ਬੀਇੰਗ ਬਰੂਡ ਅਪ, ਕਿਉਂਕਿ ਇਹ ਆਪਸ ਦੀ ਕਮਿਊਨਿਟੀਜ਼ ਚ ਨਹੀਂ ਸੀਗਾ। ਜਿਹੜੇ ਉੱਥੇ ਬਾਹਰ ਦੀ ਫੋਰਸਿਸ ਬੈਠੀਆਂ ਉਹ ਉਹਨਾਂ ਨੂੰ ਇਹ ਫਾਇਦਾ ਹੁੰਦਾ ਕਿ ਇਹ ਲੜਨਗੇ ਤਾਂ ਉਹਨਾਂ ਨੂੰ ਬੈਨੀਫਿਟ ਹੋਏ। ਇਹ So ਤੁਸੀਂ government of India and their intelligence reports, they have the intelligence reports कि किस तरह brew up होया हौली हौली, फिर हाई कोर्ट ਦੇ ਉਸ ਤੋਂ ਬਾਅਦ ਇੱਕਦਮ ਫਲੇਅਰ ਅਪ ਹੋ ਗਿਆ। ਹੁਣ ਜਿਹੜੀ ਲੇਡੀਜ਼ ਦਾ ਵੀ ਇਨਸੀਡੈਂਟ ਆ ਰਿਹਾ ਉਹ ਮਈ ਦਾ ਇਨਸੀਡੈਂਟ ਹੈ, ਉਹ ਇਟ ਹੈਪਨਡ ਇਨ ਮਈ, ਲੇਕਿਨ ਉਹ ਕਿਉਂਕਿ ਸੋਸ਼ਲ ਮੀਡੀਆ ਤੇ ਹੁਣ ਆਇਆ ਕਿ ਉਹਦਾ ਸ਼ੋਰ ਪੜ ਗਿਆ। ਐਂਡ ਮਨੀਪੁਰ ਇਜ਼ ਨਾਟ ਦਾ ਓਨਲੀ ਸਟੇਟ ਜਿੱਥੇ ਇਸ ਤਰ੍ਹਾਂ ਦੇ ਉਹ ਇਨਸੀਡੈਂਟਸ ਹੋਏ ਆ। ਬੰਗਾਲ ਚ ਰੀਸੈਂਟਲੀ ਵੀ ਹੈਵ ਸੀਨ ਥੀਸ ਕਾਈਂਡ ਆਫ ਇਨਸੀਡੈਂਟਸ। ਹਿਮਾਚਲ ਚ ਅਗਰ ਮੈਂ ਕੱਲ ਇੱਕ ਡਾਟਾ ਦੇਖ ਰਹੀ ਸੀ ਹਿਮਾਚਲ ਦਾ, ਰੀਸੈਂਟਲੀ ਇੱਕ ਸਕੂਲ ਚ 12 ਸਾਲ ਦੀ ਲੜਕੀ ਨਾਲ ਸਕੂਲ ਦੇ ਕਲਰਕ ਨੇ ਜਿਹੜਾ ਹੈਗਾ ਉਹ ਮਿਸਬੀਹੇਵ ਕੀਤਾ ਹੈ, ਉਹ ਕੇਸ ਰਜਿਸਟਰ ਹੋਇਆ, ਇਜ਼ ਬੀਇੰਗ ਅਰੈਸਟਡ, ਔਰ ਉਹ ਪ੍ਰਿੰਸੀਪਲ ਦਾ ਹਸਬੈਂਡ ਵੀ ਹੈ। ਔਰ ਹਿਮਾਚਲ ਚ ਛੋਟੀ ਲੜਕੀਆਂ ਨਾਲ ਪਿਛਲੇ ਅਗਰ 2-3 ਸਾਲ ਦਾ ਤੁਸੀਂ ਡਾਟਾ ਦੇਖੋ, ਮਾਈਨਸ ਨਾਲ ਇਸ ਤਰ੍ਹਾਂ ਦੇ ਬਹੁਤ ਸਾਰੇ ਇਨਸੀਡੈਂਟਸ ਹੈਗੇ। ਔਰ ਆਈ ਥਿੰਕ ਕੱਲ ਮੈਂ ਇੱਕ ਡਾਟਾ ਦੇਖ ਰਹੀ ਸੀ ਤਾਂ 200 ਕੁਝ ਐਸੇ ਹੀ ਕੇਸਿਸ ਜਿਹੜੇ ਆ ਉਹ ਹਿਮਾਚਲ ਚ ਪੈਂਡਿੰਗ ਹੈਗੇ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ, ਬਸ ਕੇਸ ਰਜਿਸਟਰ ਕਰਕੇ ਉਹ ਛੱਡਤਾ ਗਿਆ। ਕੈਲਕਟਾ, ਵੈਸਟ ਬੰਗਾਲ ਰੋਜ਼ ਤੁਹਾਡੇ ਸਾਹਮਣੇ ਹੋ ਰਿਹਾ ਹੈ, ਇਟਸ ਹੈਪਨਿੰਗ ਇਨ ਰਾਜਸਥਾਨ। ਹੁਣ ਇੱਕ ਇਨਸੀਡੈਂਟ ਮੱਧ ਪ੍ਰਦੇਸ਼ ਦਾ ਵੀ ਆਇਆ, ਲੇਕਿਨ ਕਿਉਂਕਿ ਮਨੀਪੁਰ ਦਾ ਫਲੇਅਰ ਅਪ ਕਰਨਾ ਸਾਡੇ ਆਪੋਜੀਸ਼ਨ ਨੂੰ ਸੂਟ ਕਰਦਾ ਹੈ, ਇਹਦੇ ਦੈਟ ਸੂਟਸ ਦ ਆਪੋਜੀਸ਼ਨ, ਇਹਦੇ ਵਿੱਚ ਤਾਂ ਮੈਸੇਜ ਉਹ ਜ਼ਿਆਦਾ ਫਲੇਅਰ ਕੀਤਾ ਜਾ ਰਿਹਾ ਹੈ। ਪਿਛਲੇ 1-2 ਮਹੀਨਿਆਂ 'ਚ ਅਸੀਂ ਮਹਿਸੂਸ ਕੀਤਾ, ਖਾਸ ਕਰ ਅਸੀਂ ਚੰਡੀਗੜ੍ਹ ਦੇ ਵਿੱਚ ਰਹਿੰਦੇ, ਜਦੋਂ ਪੰਜਾਬ ਦੇ ਵਿੱਚ ਹਮ ਆਉਣਾ ਜਾਣਾ ਹੁੰਦਾ ਹੈ, ਇਹਦੇ ਹਮ ਵਿੱਚ ਜਿਹੜੀ ਵੀ ਇਹ ਮੂਵਮੈਂਟ ਕਰ ਰਹੇ ਹੈ, ਪ੍ਰਦਰਸ਼ਨ ਕਰ ਰਿਹਾ, ਜਾਂ ਕਾਂਗਰਸ ਕਰ ਰਹੀ ਹੈ ਜਾਂ ਚਰਚ ਕਰ ਰਿਹਾ ਹੈ, ਹਮ ਚਰਚ ਦੇ ਲੋਕ ਕਰ ਰਹੇ ਹੈ, ਤੇ ਇਸ ਨੂੰ ਈਸਾਈ ਮਿਸ਼ਨਰੀਜ਼ ਦਾ ਕੋਈ ਆਪਸ 'ਚ ਇਹਨਾਂ ਦਾ ਕੋਈ ਲਿੰਕ ਹੈ, ਕਿਆ ਹੈ ਕੁਝ ਉਹਦੇ ਬਾਰੇ ਵੀ ਜਾਣਨਾ ਪਾਈਏ। ਸਰ ਆਈ ਥਿੰਕ ਜੋ ਅਗਰ ਮੇਰੀ ਅਗਰ ਇਨਫੋਰਮੇਸ਼ਨ ਹੈ ਤੇ ਇਹਦੇ ਚ ਡੈਫੀਨੇਟਲੀ ਮਿਸ਼ਨਰੀਜ਼ ਦੀ ਮੂਵਮੈਂਟ ਜ਼ਰੂਰ ਹੈਗੀ ਹੈ। ਬਿਕੋਜ਼ ਰੀਸੈਂਟ ਜਦੋਂ ਪਿੱਛੇ ਪੰਜਾਬ ਦੇ ਵਿਧਾਨ ਸਭਾ ਇਲੈਕਸ਼ਨਸ ਹੋਏ ਤੇ ਆਈ ਵਾਸ ਟਰੈਵਲਿੰਗ ਇਨ ਪੰਜਾਬ, ਤੇ ਪਾਰਟਿਕੂਲਰਲੀ ਫਿਰੋਜ਼ਪੁਰ ਔਰ ਇਹ ਸਾਰੇ ਏਰੀਆਜ਼ ਚ ਮੈਂ ਦੇਖ ਰਹੀ ਸੀ ਹਰ ਤੀਸਰੇ ਘਰ ਦੇ ਉੱਪਰ ਚਰਚ ਹੈ, ਐਵਰੀ ਥਰਡ ਹਾਊਸ ਹੈਜ਼ ਅ ਚਰਚ ਔਨ ਇਟਸ ਓਨ। ਲੇਕਿਨ ਪੰਜਾਬ ਦੀ ਟ੍ਰੈਜੇਡੀ ਹੈ ਕਿ ਤੁਹਾਡਾ ਤੁਸੀਂ ਕੀ ਨੂੰ ਫੋਲੋ ਕਰਦੇ ਹੋ ਜਾਂ ਵਾਟ ਇਜ਼ ਯੂਰ ਰਿਲੀਜਨ, ਉਹ ਤੁਸੀਂ ਕਦੋਂ ਦੱਸਦੇ ਹੋ, ਸੈਂਸਸ ਚ ਜਾਂ ਐਡਮਿਸ਼ਨਸ ਦੇ ਟਾਈਮ ਤੇ ਜਾਂ ਨੌਕਰੀ ਦੇ ਟਾਈਮ ਤੇ। ਬਟ ਦਾ ਪ੍ਰੋਬਲਮ ਇਨ ਪੰਜਾਬ ਇਜ਼ ਕਿ ਮੋਸਟ ਆਫ ਦਾ ਬਹੁਤ ਸਾਰੀ ਕਨਵਰਜਨਸ ਹੋਈਆਂ ਕਿੰਨੀ ਏਰੀਆ ਚ, ਸ਼ਾਇਦ ਮੋਰ ਦੈਨ 30% ਵੋਟਸ ਜਿਹੜੀਆਂ ਹੈਗੀਆਂ ਉਹ ਕਨਵਰਟਿਸ ਦੀਆਂ ਹੈਗੀਆਂ, ਕ੍ਰਿਸਚੀਅਨ ਕਨਵਰਟਿਸ ਦੀਆਂ, ਲੇਕਿਨ ਉਹ ਆਪਣੇ ਆਪ ਨੂੰ ਕਦੀ ਦੱਸਦੇ ਨਹੀਂ ਹੈ ਕਿ ਵੀ ਬੀਨ ਕਨਵਰਟਡ। ਫਿਰ ਉਹ ਬੈਨੀਫਿਟਸ ਨਹੀਂ ਮਿਲਦੇ, ਗਵਰਨਮੈਂਟ ਦਾ ਐਸੀ ਬੈਨੀਫਿਟ ਨਹੀਂ ਮਿਲਦੇ ਤੁਹਾਨੂੰ, ਵਿਮਨ ਵਾਲੇ ਰਾਈਟਸ ਨਹੀਂ ਮਿਲਦੇ, ਇਸ ਤਰ੍ਹਾਂ ਦੇ ਸਾਰੇ ਬੈਨੀਫਿਟਸ ਤੁਹਾਨੂੰ ਫਿਰ ਉਸ ਵੇਲੇ ਨਹੀਂ ਮਿਲਦੇ। ਸੋ ਉਹ ਪ੍ਰੋਬਲਮ ਇਹ ਹੈ ਕਿ ਜਿੱਥੇ ਵੀ ਕਨਵਰਜਨ ਹੁੰਦੀ ਹੈ, ਅਗਰ ਤੁਸੀਂ ਸੈਂਸਸ ਦੇਖੋਗੇ ਪਾਰਟਿਕੂਲਰਲੀ 2011 ਦਾ, ਜਾਂ ਇਹਨਾਂ ਦੀ ਕਨਵਰਟਿਸ ਜਦੋਂ ਗਵਰਨਮੈਂਟ ਜੌਬ ਜਾਂਦੇ ਦੇ ਨੈਵਰ ਟੈਲ ਯੂ ਦੇ ਆਰ ਕਨਵਰਟਿਸ। तो ईसाई मिशनरी ਤੁਸੀਂ ਮਨੀਪੁਰ ਇੱਕ ਸਭ ਵਿੱਚ ਤੋਂ ਕੋਈ ਬੜੀ ਰੋਲ ਦੇਖਦੇ ਹੋ, ਪ੍ਰੋਬਲਮ ਈਸਾਈ ਮਿਸ਼ਨਰੀ ਦਾ ਮਨੀਪੁਰ ਦੇ ਵਿੱਚ ਕੋਈ ਰੋਲ ਦੇਖਦੇ ਸਾਰੇ 100% ਰੋਲ ਸਾਈਜ਼ ਮਿਸ਼ਨਰੀਜ਼ ਦਾ ਹੈਗਾ ਉੱਥੇ। ਤੇ ਹੁਣ ਜਿਹੜੇ ਦੰਗੇ ਹੋਏ ਆਈ ਥਿੰਕ ਉਹਦੇ ਚ ਅਗਰ ਰਿਲੀਜੀਅਸ ਪਲੇਸਿਸ ਜਲੀਆਂ ਤਾਂ ਆਈ ਥਿੰਕ ਜਿਹੜੇ ਆਪਣੇ ਮੈਤੀ ਲੋਕ ਹੈਗੇ ਆ, ਆਈ ਥਿੰਕ ਦੇ ਹੈਵ ਕਮ ਆਊਟ ਵੈਰੀ ਸਟਰੋਂਗਲੀ ਇਜ਼ ਦ ਚਰਚਸ। ਔਰ ਇੱਕ ਰਿਪੋਰਟ ਮੈਂ ਪੜ੍ਹ ਰਹੀ ਸੀ ਕਿ ਅਰਾਊਂਡ 3000 ਚਰਚਿਸ ਜਿਹੜੇ ਪ੍ਰੈਜ਼ੈਂਟ ਦੰਗੇ ਉਹਨਾਂ ਚ ਜਲਾਈਆਂ ਗਈਆਂ, ਬਿਕੋਜ਼ ਲੋਕਲਸ ਹੈਵ ਰਿਅਲਾਈਜ਼ਡ देयर रोल। ਔਰ ਇੱਕ ਹੋਰ ਮੈਂ ਇੱਕ ਇੰਟਰਨੈਸ਼ਨਲ ਨਿਊਜ਼ਪੇਪਰ ਹੈਗਾ, ਮੈਂ ਉਹਦੇ ਚ ਇੱਕ ਰਿਪੋਰਟ ਪੜ੍ਹ ਰਹੀ ਸੀ, ਵਾਲ ਸਟਰੀਟ ਜਰਨਲ, ਤੁਸੀਂ ਖੋਲੋਗੇ ਤਾਂ ਉਹਦੇ ਚ ਆਏਗਾ ਕਿ ਜਿਹੜੇ ਮੈਥੀਸ ਹੈਗੇ ਆ, ਈਵਨ ਕੁਝ ਜਗ੍ਹਾ ਤੇ ਇਹਨਾਂ ਨਾਲ ਜਿਹੜੇ ਵੀ ਦੰਗੇ ਹੋਏ, ਕੁਕੀਜ਼ ਵਰ ਵਿਦ them against the missionaries। ਓਕੇ, ਇੱਕ ਦੀ ਅਮਰੀਕਨ ਨਿਊਜ਼ਪੇਪਰ ਉਹਦੇ ਚ ਮੈਂ ਰੀਸੈਂਟ ਇੱਕ ਰਿਪੋਰਟ ਪੜ੍ਹੀ ਹੈ ਕਿ ਇਹ ਕੁਝ ਜਗ੍ਹਾ ਤੇ ਲੋਕ ਇਹ ਕਨਵਰਟੀਜ਼ ਨਾਲ ਇੰਨੇ ਪਰੇਸ਼ਾਨ ਹੈਗੇ ਆ ਮਨੀਪੁਰ ਚ ਕਿ ਦੇ ਆਰ ਫਾਈਟਿੰਗ ਵਿਦ ਮੈਥੀਸ। लेकिन क्योंकि हिल एरिया ये सारे जेडे कन्वर्टीज है, कुकीज है या रोहिंग्याज है, ये सारे हिल एरियाज अपर एरियाज च बैठे, नीचे एरिया जेड़ा है वो सारा जेड़ा है वो साडे उन्हां दा है।
ਹਾਂਜੀ ਇਹ ਰੰਜੂ ਜੀ, ਅੱਜ ਤੁਸੀਂ ਸਾਨੂੰ ਮਨੀਪੁਰ ਬਾਰੇ, ਜਿਹੜਾ ਸਾਨੂੰ ਇੱਥੇ ਰਹਿੰਦੇ ਰਹਿੰਦੇ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਰਹਿੰਦੇ ਨਹੀਂ ਪਤਾ ਲੱਗਦਾ, ਕਈ ਚੀਜ਼ਾਂ ਤੁਸੀਂ ਸਾਨੂੰ ਅੱਜ ਕਲੈਰੀਫਾਈ ਕੀਤੀਆਂ, ਦੱਸਿਆ ਵੀ ਹੈਗਾ। ਲੱਗਦਾ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਤੁਹਾਡੀ ਕਈ ਚੀਜ਼ਾਂ ਪਸੰਦ ਆਉਣਗੀਆਂ। ਉਸ ਤੋਂ ਇਲਾਵਾ ਕੋਈ ਇਨਪੁਟ ਆਏਗਾ, ਕੁਝ ਆਏਗਾ ਤਾਂ ਰੰਜੂ ਹੈਰੀ ਜੀ ਮੈਂ ਤੁਹਾਨੂੰ ਫਾਰਵਰਡ ਕਰਾਂਗਾ। ਤੁਸੀਂ श्योर ਸਾਡੇ श्योर ਸੱਦੇ ਦੇ ਜੁੜੇ ਹੋ, ਤੁਹਾਨੂੰ ਅੱਗੇ ਵੀ ਕਸ਼ਟ ਦਿੰਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। श्योर एनी टाइम सर। थैंक यू सर। थैंक यू जी। ਸਤਿ ਸ੍ਰੀ ਅਕਾਲ ਜੀ। थैंक यू। सत श्री अकाल।